ਜਿਹੜੀ ਕੈਬਨਿਟ ਨੇ 3 ਖੇਤੀ ਕਾਨੂੰਨ ਪਾਸ ਕੀਤੇ ਨੇ ਨਾ, ਉਹਦੇ ਵਿੱਚੋਂ 2 ਦਰਜਨ ਦੇ ਕਰੀਬ ਅਜਿਹੇ ਮੰਤਰੀ ਨੇ ਜਿਨ੍ਹਾਂ ਕੋਲ 1 ਗਜ ਵੀ ਖੇਤੀ ਵਾਲੀ ਜ਼ਮੀਨ ਨਹੀਂ। ਸੋ ਜਿਨ੍ਹਾਂ ਕੋਲ ਆਪਣੇ ਕੋਲ ਖੇਤੀ ਵਾਲੀ ਜ਼ਮੀਨ ਨਹੀਂ, ਉਹ ਖੇਤੀ ਵਾਲੇ ਮਸਲੇ ਨੂੰ ਕਿਵੇਂ ਸਮਝ ਸਕਦੇ ਨੇ? ਸੋ ਇਹ ਕਿਸਾਨ ਜਿਹੜੇ ਖੇਤਾਂ 'ਚ ਅੰਨ ਉਗਾਉਂਦੇ ਨੇ, ਉਹਨੂੰ ਪਤਾ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਅਸਲੀ ਸੰਸਦ ਤਾਂ ਮੈਨੂੰ ਅੱਜ ਲੱਗਦਾ ਕਿ ਇਹੀ ਚੱਲੀ ਆ। ਉਹ ਚੁਣੇ ਹੋਏ ਨੁਮਾਇੰਦੇ ਜੇ ਅਸਲੀ ਸੰਸਦ ਵਾਲੀ ਭੂਮਿਕਾ ਨਿਭਾਉਂਦੇ ਤਾਂ ਅੱਜ ਇਹ ਸਥਿਤੀ ਨਾ ਹੁੰਦੀ। ਉਹ ਪੱਥਰਾਂ ਦੀ ਸੰਸਦ ਦੇ ਅੰਦਰ ਲੋਕਾਂ ਦੀ ਗੱਲੇ ਨਹੀਂ ਹੁੰਦੀ। ਹਰਸਿਮਰਤ ਕੌਰ ਬਾਦਲ ਪੋਸਟਰ ਲੈ ਕੇ ਹਰਾ ਸੂਟ ਪਾ ਕੇ ਖੜ੍ਹਦੇ ਨੇ, ਨਰਿੰਦਰ ਮੋਦੀ ਖੁਦ ਹਰਾ ਧਾਰੀਆਂ ਵਾਲਾ ਪਰਨਾ ਲੈ ਕੇ ਆਉਂਦੇ ਨੇ। ਹਰਾ ਧਾਰੀਆਂ ਵਾਲਾ ਪਰਨਾ ਪਾਉਣ ਨਾਲ ਕੋਈ ਕਿਸਾਨ ਹਿਤੈਸ਼ੀ ਨਹੀਂ ਹੋ ਜਾਂਦਾ। ਤੇ ਇੱਥੇ ਪਰਨੀਤ ਕੌਰ ਹੋਰੀ, ਰਵਨੀਤ ਬਿੱਟੂ ਹੋਰੀ ਇਸੇ ਜੰਤਰ ਮੰਤਰ ਆ ਕੇ ਧਰਨਿਆਂ ਤੇ ਬੈਠਦੇ ਨੇ। ਭਗਵੰਤ ਮਾਨ ਹੋਰੀ ਭਗਤ ਸਿੰਘ ਦੇ ਬਾਹਰ ਆ ਕੇ ਨਾਅਰੇ ਲਾਉਂਦੇ ਨੇ ਅੰਦਰ ਸੰਸਦ। ਪਰ ਸਵਾਲ ਇਹ ਹੈ ਕਿ ਤੁਸੀਂ ਉਸ ਸਮੇਂ ਕਿਉਂ ਨਹੀਂ ਆਵਾਜ਼ ਚੁੱਕ ਸਕੇ ਜਦੋਂ ਸੰਸਦ 'ਚ ਬਿੱਲ ਪਾਸ ਹੋ ਗਏ ਸੀ? ਅੱਜ ਇਸ ਲਈ ਚੁੱਕ ਰਹੇ ਨੇ ਕਿਉਂਕਿ ਅੱਜ ਇਹਨਾਂ ਨੇ ਜਨਤਾ ਵਿਪ ਜਾਰੀ ਕੀਤਾ। ਉਹ ਕਿਸਾਨਾਂ ਦੇ ਹਿੱਤ ਲਈ ਨਹੀਂ ਚੁੱਕ ਰਹੇ। ਉਹਨਾਂ ਨੂੰ ਪਤਾ ਕਿ ਅਸੀਂ ਪਿੰਡਾਂ 'ਚ ਦੁਬਾਰਾ ਵੜਨ ਜੋਗੇ ਨਹੀਂ। ਅੱਜ ਪੋਸਟਰ ਦਿਖਾ ਕੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਨਾ ਪਾਈਆਂ। ਸੋ ਨਰਿੰਦਰ ਤੋਮਰ ਹੁਣ ਚੱਲ ਰਹੇ ਸੈਸ਼ਨ ਦੌਰਾਨ ਅੰਦਰ ਕਹਿੰਦੇ ਨੇ ਕਿ ਨਹੀਂ ਜੀ ਇਹ ਤਾਂ ਕਿਸਾਨ ਜਿੱਦੀ ਨੇ। ਜਿੱਦੀ ਕੌਣ ਹੈ? ਜਿੱਦੀ ਸਰਕਾਰ ਹੈ ਜਿਹੜੀ ਲਗਾਤਾਰ ਪਿਛਲੇ 6 ਮਹੀਨੇ, ਅੱਜ 22 ਜੁਲਾਈ ਹੋ ਗਈ, 22 ਜਨਵਰੀ ਤੋਂ ਗੱਲ ਨਹੀਂ ਹੋਈ, ਪਿਛਲੇ 6 ਮਹੀਨਿਆਂ ਤੋਂ ਸਰਕਾਰ ਗੱਲਬਾਤ ਤੋਂ ਟਾਲਾ ਵੱਟ ਰਹੀ ਹੈ। ਫਿਰ ਜਿੱਦੀ ਕੌਣ ਹੈ? ਮੈਦਾਨ 'ਚੋਂ ਕੌਣ ਭੱਜ ਰਿਹਾ? ਤੁਹਾਡੇ ਸਾਡੇ ਕੈਮਰਿਆਂ ਤੋਂ ਬਿਨਾਂ ਏਜੰਸੀਆਂ ਦੇ ਕੈਮਰੇ ਬਹੁਤ ਸੀ। ਸੋ ਮੈਂ ਇਸ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਕਿ ਸਰਕਾਰਾਂ ਸਾਨੂੰ ਪੱਤਰਕਾਰਾਂ ਨੂੰ ਨਾ ਸੁਣੇ, ਸਾਡੇ ਚੈਨਲਾਂ ਨੂੰ ਨਾ ਸੁਣੇ, ਆਪਣੇ ਰਾਸ਼ਟਰੀ ਚੈਨਲਾਂ ਨੂੰ ਨਾ ਦੇਖੇ, ਕਿਉਂਕਿ ਉਹਨਾਂ ਦਾ ਉਹਦਾ ਹੀ ਗੁਣ ਗਾਉਣਾ ਹੈ। ਮੈਂ ਕਹਿੰਦਾ ਘੱਟੋ ਘੱਟ ਆਪਣੀ CID ਵਾਲੇ ਕੈਮਰਿਆਂ ਦੀ ਵੀਡੀਓ ਸੁਣ ਲਵੇ, ਉੱਥੋਂ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿਸਾਨ ਕਿੰਨੀ ਜੈਨੂਅਨ ਗੱਲ ਕਰਦੇ ਨੇ, ਕਿਹੜੇ ਧਰਾਤਲ 'ਤੇ ਰਹਿ ਕੇ ਗੱਲ ਕਰਦੇ ਨੇ। ਤਾਂ ਮੁੱਦਾ ਸਮਝ ਆ ਜਾਏਗਾ। ਅੱਜ ਨਹੀਂ ਤਾਂ ਕੱਲ੍ਹ ਸਰਕਾਰ ਨੂੰ ਬਿੱਲ ਤਾਂ ਕਾਨੂੰਨ ਦਾ ਵਾਪਸ ਲੈਣੇ ਪੈਣੇ ਨੇ, ਕਿਉਂਕਿ ਇਹ ਕਿਸਾਨ ਵੀ ਉਸੇ ਮਿੱਟੀ ਦੇ ਜਨਮੇ ਨੇ। ਜੇ ਜਿੱਦ ਸਰਕਾਰਾਂ ਦੀ ਹੈ ਤਾਂ ਜਿੱਦੀ ਇਹ ਵੀ ਬਹੁਤ ਨੇ। ਸੜਕ ਤੋਂ ਸੰਸਦ ਤੱਕ ਅੱਜ ਸਿਰਫ ਕਿਸਾਨਾਂ ਦੀ ਗੱਲ ਹੋ ਰਹੀ ਹੈ। ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਚਨਾਰਥਲ ਜੀ ਨੇ। ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਕਿਸਾਨ ਸੰਸਦ ਲੱਗਾ ਉਹਦੀ ਪ੍ਰਾਪਤੀ ਕਈ। ਸਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਸਵਾਗਤ ਅੱਖਰ ਤੇ। ਧੰਨਵਾਦ ਅੱਖਰ ਦਾ, ਬਹੁਤ ਬਹੁਤ ਸ਼ੁਕਰੀਆ। ਅੱਛਾ ਬਾਈ, ਅੱਜ 200 ਕਿਸਾਨ ਇਕੱਠੇ ਹੋ ਕੇ ਸੰਸਦ ਵੀ ਚੱਲੀ, ਸੰਸਦ ਦੇ ਅੰਦਰ ਵੀ ਮੁੱਦਾ ਕਿਸਾਨੀ ਦਾ ਹੀ ਗੁੰਜਿਆ। ਪ੍ਰਾਪਤੀ ਕੀ ਲੱਗਦੀ ਹੈ ਸਾਰੇ ਕਾਸੇ ਦੀ ਅੱਜ ਜੋ ਕੁਝ ਹੋਇਆ? ਦੇਖੋ, ਪ੍ਰਾਪਤੀ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਜਿਸ ਦਿਨ ਤੋਂ ਕਿਸਾਨ ਅੰਦੋਲਨ ਦਿੱਲੀ ਆ ਗਿਆ ਸੀ। ਉਸ ਦਿਨ ਤੋਂ ਹੀ ਸਿਆਸੀ ਪਾਰਟੀਆਂ ਨੂੰ ਫਿਕਰ ਪੈ ਗਿਆ, ਸੱਤਾਧਾਰੀ ਧਿਰ ਨੂੰ ਫਿਕਰ ਪੈ ਗਿਆ, ਤੇ ਲਗਾਤਾਰ ਜਥੇਬੰਦੀਆਂ ਨਾਲ ਗੱਲਬਾਤ ਤੀਸਰੇ ਦਿਨ ਤੋਂ ਹੀ ਸ਼ੁਰੂ ਕਰਤੀ ਸੀ ਜਿਸ ਦਿਨ ਅੰਦੋਲਨ ਇੱਥੇ ਪਹੁੰਚਦਾ। ਸੋ 1 ਤਰੀਕ, 3 ਤਰੀਕ, 5 ਤਰੀਕ ਲਗਾਤਾਰ ਉਹ ਦਸੰਬਰ ਦੇ ਪਹਿਲੇ ਹਫ਼ਤੇ ਫਿਰ ਗੱਲਾਂ ਮੀਟਿੰਗਾਂ ਸ਼ੁਰੂ ਹੁੰਦੀਆਂ, ਤੇ ਉਹ ਮੀਟਿੰਗਾਂ ਆਉਂਦੀਆਂ 22 ਜਨਵਰੀ ਤੱਕ ਚੱਲੀਆਂ। ਤੇ 22 ਜਨਵਰੀ ਨੂੰ ਨਰਿੰਦਰ ਤੋਮਰ ਉੱਠ ਕੇ ਕਹਿੰਦੇ ਨੇ ਕਿ ਠੀਕ ਹੈ, ਤੁਸੀਂ ਵੀ 26 ਮਨਾਓ, ਅਸੀਂ ਵੀ 26 ਮਨਾਵਾਂਗੇ। ਸੋ ਉਹਦਾ ਵੀ ਕੋਈ ਅਰਥ ਸੀ, ਉਹਨਾਂ ਦਾ ਇਹ ਕਹਿਣਾ ਕੀ ਸੀਗਾ? ਇਹ ਜਥੇਬੰਦੀਆਂ ਨੇ ਬਾਅਦ ਚੋਂ ਸਵਾਲ ਖੜੇ ਕੀਤੇ, ਉਹਨਾਂ ਦਾ ਤੰਜ ਕੀ ਸੀਗਾ? ਸੋ 26 ਜਨਵਰੀ ਦੇ ਵਿੱਚ ਜਿਹੜੀ ਦਿੱਲੀ ਪੁਲਿਸ ਦੀ ਭੂਮਿਕਾ ਸੀ, ਅੱਜ ਉਹ ਦਿੱਲੀ ਪੁਲਿਸ ਦੀ ਇੱਕ ਵਾਰ ਫੇਰ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਸੀ ਜਦੋਂ ਸਵੇਰੇ ਉੱਥੋਂ ਨਿਕਲਦੇ ਨੇ। ਸੋ ਅੱਜ ਦਾ ਦਿਨ ਇੱਕ ਨਵਾਂ ਇਤਿਹਾਸਕ ਦਿਨ ਆ। ਦੁਨੀਆ ਭਰ ਦੇ ਹਿਸਾਬ ਨਾਲ, ਭਾਰਤ ਦੇ ਹਿਸਾਬ ਨਾਲ, ਭਾਰਤੀ ਸੰਸਦ ਦੀ ਮਰਿਆਦਾ ਦੇ ਹਿਸਾਬ ਨਾਲ, ਲੋਕਾਂ ਦੇ ਹਿਸਾਬ ਨਾਲ ਇੱਕ ਨਵੀਂ ਇਬਾਰਤ ਲਿਖੀ ਗਈ ਆ, ਨਵੀਂ ਦਾਸਤਾਨ ਲਿਖੀ ਗਈ ਆ ਕਿ ਇਸ ਮੌਕੇ ਸੜਕ ਤੇ, ਸੜਕ ਦਾ ਪੁੱਤ, ਧਰਤੀ ਦਾ ਪੁੱਤ, ਅੰਨ ਦਾ ਪੁੱਤ, ਇਸ ਧਰਤੀ ਦਾ ਜਾਇਆ ਸੜਕ ਤੇ ਬੈਠ ਕੇ ਆਪਣੀ ਗੱਲ ਕਰ ਰਿਹਾ, ਆਪਣੇ ਆਵਾਮ ਦੀ ਗੱਲ ਕਰ ਰਿਹਾ, ਆਪਣੇ ਦੇਸ਼ ਦੀ ਗੱਲ ਕਰ ਰਿਹਾ। ਜੇਕਰ ਇਹੀ ਗੱਲ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਕੀਤੀ ਹੁੰਦੀ, ਜੇਕਰ ਸੰਸਦ 'ਚ ਬੈਠੇ ਸਾਡੇ ਮੈਂਬਰਾਂ ਨੇ ਸਹੀ ਭੂਮਿਕਾ ਨਿਭਾਈ ਹੁੰਦੀ, ਸਿਰਫ ਤਨਖਾਹ ਲੈਣ ਲਈ ਦਸਤਖਤ ਕੀਤੇ, ਬਾਹਰ ਜਾ ਕੇ ਸਾਈਨ ਕੀਤੇ ਤੇ ਆਪਣੇ ਪੈਸੇ ਲਏ ਤੇ ਘਰਾਂ ਨੂੰ ਨਾ ਆਏ ਹੁੰਦੇ, ਤਾਂ ਅੱਜ ਇਹ ਕਿਸਾਨ ਸੰਸਦ ਲਾਉਣ ਦੀ ਲੋੜ ਨਾ ਪੈਂਦੀ, ਫਿਰ ਇਹ ਇਤਿਹਾਸ ਨਾ ਸਿਰਜਿਆ ਜਾਂਦਾ। ਸੋ ਇਸ ਲਈ ਜਦੋਂ 3 ਖੇਤੀ ਕਾਨੂੰਨ ਲਿਆਂਦੇ ਗਏ, ਆਰਡੀਨੈਂਸ ਰਾਹੀਂ ਲਿਆਂਦੇ ਗਏ, ਦੇਸ਼ 'ਚ ਨਾ ਕੋਈ ਅੱਗ ਲੱਗੀ ਸੀ, ਨਾ ਕੋਈ ਐਮਰਜੈਂਸੀ ਸੀ। ਸੋ ਇਸ ਲਈ ਕਿਸਾਨਾਂ ਨੇ ਅੰਦੋਲਨ ਖੜਾ ਕੀਤਾ ਕਿ ਇਹੀ ਜੀ ਕਿਹੜੀ ਐਮਰਜੈਂਸੀ ਸੀ? ਸੋ ਨਰਿੰਦਰ ਤੋਮਰ ਹੁਣ ਚੱਲ ਰਹੇ ਸੈਸ਼ਨ ਦੌਰਾਨ ਅੰਦਰ ਕਹਿੰਦੇ ਨੇ ਕਿ ਨਹੀਂ ਜੀ ਇਹ ਤਾਂ ਕਿਸਾਨ ਜਿੱਦੀ ਨੇ। ਜਿੱਦੀ ਕੌਣ ਹੈ? ਜਿੱਦੀ ਸਰਕਾਰ ਹੈ ਜਿਹੜੀ ਲਗਾਤਾਰ ਪਿਛਲੇ 6 ਮਹੀਨੇ, ਅੱਜ 22 ਜੁਲਾਈ ਹੋ ਗਈ, 22 ਜਨਵਰੀ ਤੋਂ ਗੱਲ ਨਹੀਂ ਹੋਈ, ਪਿਛਲੇ 6 ਮਹੀਨਿਆਂ ਤੋਂ ਸਰਕਾਰ ਗੱਲਬਾਤ ਤੋਂ ਟਾਲਾ ਵੱਟ ਰਹੀ ਹੈ। ਫਿਰ ਜਿੱਦੀ ਕੌਣ ਹੈ? ਮੈਦਾਨ 'ਚੋਂ ਕੌਣ ਭੱਜ ਰਿਹਾ? 26 ਜੁਲਾਈ ਨੂੰ 8 ਮਹੀਨੇ ਹੋ ਜਾਣੇ ਦਿੱਲੀ ਅੰਦੋਲਨ ਆਇਆ ਨੂੰ। ਸੋ ਬੇਮੁਖ ਕੌਣ ਹੋ ਰਿਹਾ? ਆਪਣੇ ਦੇਸ਼ ਦੇ ਵਾਸੀਆਂ ਤੋਂ। ਇੱਕ ਪਾਸੇ ਤੁਸੀਂ ਕਹਿੰਦੇ ਕਰੋਨਾ ਖਤਰਨਾਕ ਹੈ, ਦੂਏ ਪਾਸੇ ਸੜਕ ਤੇ ਧਰਤੀ ਦਾ ਪੁੱਤ ਦੀ ਗੱਲ ਵੀ ਨਹੀਂ ਸੁਣਦੇ। ਸੋ ਇੱਥੋਂ ਪਤਾ ਲੱਗਦਾ ਕਿ ਸਰਕਾਰ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ। ਮੈਂ ਅੰਦਰ ਬਹਿਸ ਦੇਖ ਰਿਹਾ ਸੀ, ਜਿਹੜੀ ਸੰਸਦ ਤੋਂ ਸਾਨੂੰ ਉਮੀਦ ਕੀਤੀ ਜਾਂਦੀ, ਉਹ ਸੰਸਦ ਦੇ ਵਿੱਚ ਭਾਰਤ ਦਾ ਖੇਤੀਬਾੜੀ ਮੰਤਰੀ ਖੜਾ ਹੋ ਕੇ ਕਹਿੰਦਾ ਕਿ ਇਸ ਮੌਕੇ 2017 ਤੋਂ ਲੈ ਕੇ 2020 ਤੱਕ ਕਿੰਨੇ ਕਿਸਾਨਾਂ ਨੇ ਦੇਸ਼ ਖੁਦਕੁਸ਼ੀ ਕੀਤੀ, ਸਾਡੇ ਕੋਲ ਅੰਕੜੇ ਨਹੀਂ। ਉਸ 'ਤੇ ਸਵਾਲ ਆਉਂਦਾ ਕਿ ਖੇਤੀ ਕਾਨੂੰਨ ਜਿਹੜੇ ਰੱਦ ਕਰਾਉਣ ਲਈ ਬੈਠੇ ਨੇ ਉਰੇ, ਉਹਨਾਂ ਦੇ ਵਿੱਚੋਂ ਕਿੰਨਿਆਂ ਦੀ ਜਾਨ ਗਈ? ਖੇਤੀਬਾੜੀ ਮੰਤਰੀ ਕਹਿੰਦਾ ਸਾਡੇ ਕੋਲ ਉਹਨਾਂ ਦੀ ਜਾਣਕਾਰੀ ਨਹੀਂ।
ਖੇਤੀਬਾੜੀ ਮੰਤਰੀ ਨੂੰ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਜਾਣਕਾਰੀ ਨਹੀਂ, ਖੇਤੀਬਾੜੀ ਮੰਤਰੀ ਦੇ ਕੋਲ ਜਿਹੜੇ ਕਿਸਾਨ ਨੇ ਜਿਹੜੇ ਖੁਦਕੁਸ਼ੀਆਂ ਕਰਦੇ ਉਹਨਾਂ ਦੀ ਜਾਣਕਾਰੀ ਨਹੀਂ। ਤੇ ਜਦੋਂ ਪੁੱਛਿਆ ਕੀ ਜਾਣਕਾਰੀ ਆ, ਕਹਿੰਦਾ ਜੀ 15.5 ਲੱਖ ਕਿਸਾਨਾਂ ਦੇ ਖਾਤਿਆਂ 'ਚ ਗਲਤ ਪੈਸੇ ਚੱਲ ਗਏ, ਉਹ ਅਸੀਂ ਵਾਪਸ ਲੈਣੇ ਆ। ਮਤਲਬ ਮਨੀ ਮਾਈਂਡ ਹੋ ਤੁਸੀਂ। ਇੱਥੋਂ ਪਤਾ ਲੱਗਦਾ ਇਸ ਲਈ ਅੱਜ ਦਾ ਫੈਸਲਾ ਕਿਸਾਨਾਂ ਦਾ ਇੱਕ ਬਹੁਤ ਸਿਆਣਾ ਫੈਸਲਾ, ਨਵੇਕਲਾ ਫੈਸਲਾ। 26 ਜਨਵਰੀ ਨੂੰ ਜਿਹੜਾ ਵੱਡਾ ਇਕੱਠ ਆਇਆ ਸੀ ਉਸ ਦੇ ਵਿੱਚ ਸ਼ਰਾਰਤੀ ਵੀ ਸ਼ਾਮਲ ਹੋ ਸਕਦੇ ਨੇ, ਉਹ ਉਧਰੋਂ ਆਏ ਵੀ ਹੋ ਸਕਦੇ ਨੇ, ਉਹ ਸਰਕਾਰੀ ਵੀ ਹੋ ਸਕਦੇ ਨੇ। ਸੋ ਉਹ ਅੰਦੋਲਨ ਨੂੰ ਖੰਡਾਉਣ ਵਾਲੇ ਵੀ ਹੋ ਸਕਦੇ ਨੇ, ਖੁਦ ਦਾ ਸਿਹਰਾ ਆਪਣੇ ਸਿਰ ਬੰਨਣ ਦੀ ਕੋਸ਼ਿਸ਼ ਲਈ ਹੋ ਸਕਦੇ ਨੇ, ਕੁਝ ਮੌਕਾ ਪ੍ਰਸਤੀ ਲਈ ਵੀ ਹੋ ਸਕਦੇ ਨੇ। ਪਰ ਅੱਜ ਇਸੇ ਲਈ ਇਹ ਤੈਅ ਕੀਤਾ ਕਿ ਹਰ ਰੋਜ਼ 200 ਬੰਦੇ ਜਾਣਗੇ, ਆਈ ਕਾਰਡ ਗਲਾਂ 'ਚ ਹੋਣਗੇ, ਹਰੇਕ ਜਥੇਬੰਦੀ ਜਵਾਬਦੇਹੀ ਹੋਏਗੀ, ਜਿਹਦੇ 5 ਬੰਦੇ ਹੋਣਗੇ, ਪੁਲਿਸ ਕੋਲ ਉਹਦੀ ਜਾਣਕਾਰੀ ਹੋਏਗੀ, ਆਧਾਰ ਕਾਰਡ ਉਹਦੇ ਪਰ, ਫੋਨ ਨੰਬਰ ਉਹਦੇ ਪਰ, ਪਿੰਡ ਗ੍ਰਾਂ ਦਾ ਨਾਂ ਉਹਦੇ ਪਰ, ਜਥੇਬੰਦੀ ਦਾ ਨਾਂ ਉਹਦੇ ਪਰ। ਫਿਰ ਇਸ ਲਈ ਕੋਈ ਸ਼ਰਾਰਤ ਨਹੀਂ ਹੋ ਸਕਦੀ। ਪਰ ਉਹਦੇ ਬਾਵਜੂਦ ਵੀ ਸਵੇਰੇ ਤੁਸੀਂ ਦੇਖੋਗੇ ਜਦੋਂ ਕਾਫਲਾ ਤੁਰਦਾ ਤਾਂ ਉਹਨਾਂ ਨੂੰ ਇੱਕ ਪੈਲਸ 'ਚ ਵਾੜ ਲਿਆ ਜਾਂਦਾ, ਪੈਲਸ 'ਚ ਉੱਤੇ ਥੱਲੇ ਤਾਰ ਲਿਆ ਜਾਂਦਾ। ਇੱਕ ਵਾਰ ਲੱਗਦਾ ਕਿ ਸ਼ਾਇਦ ਪੈਲਸ ਨੂੰ ਜੇਲ੍ਹ ਨਾ ਬਣਾ ਦੇਣ, ਪਰ ਜਦੋਂ ਜਥੇਬੰਦੀਆਂ ਉੱਥੇ ਨਾਰੇ ਸਾਰੀਆਂ ਚੀਜ਼ਾਂ ਦੇਖੀਆਂ ਬਾਈ ਜੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੰਸਦ ਦੀ ਡਿਬੇਟ ਦੇਖੀ, ਤੋਮਰ ਹੋਣਾ ਦੇ ਕੋਲੇ ਕੋਈ ਬਾਹਲੇ ਅੰਕੜੇ ਨਹੀਂ ਸੀਗੇ। ਡਿਬੇਟ ਅੱਜ ਕਿਸਾਨ ਸੰਸਦ ਦੀ ਵੀ ਦੇਖੀ, ਦੋਹਾਂ 'ਚ ਕੀ ਫਰਕ ਦੇਖਦੇ ਹੋ? ਕਿਉਂਕਿ ਇੱਥੇ ਬਹੁਤ ਜੈਨੂਇਨ ਤਰੀਕੇ ਨਾਲ ਗੱਲ ਹੋਈ, ਇੱਥੇ ਵਿਚਾਰ ਰੱਖਣ ਦੀ ਆਜ਼ਾਦੀ ਵੀ ਸੀਗੀ, ਹਰ ਇੱਕ ਬੰਦੇ ਨੇ ਤੱਥ ਰੱਖ ਕੇ ਆਪਣੀ ਗੱਲ ਕੀਤੀ। ਜਿਹੜੀ ਕੈਬਨਿਟ ਨੇ 3 ਖੇਤੀ ਕਾਨੂੰਨ ਪਾਸ ਕੀਤੇ ਨੇ ਨਾ, ਉਹਦੇ ਵਿੱਚੋਂ 2 ਦਰਜਨ ਦੇ ਕਰੀਬ ਅਜਿਹੇ ਮੰਤਰੀ ਨੇ ਜਿਨ੍ਹਾਂ ਕੋਲ 1 ਗੱਜ ਵੀ ਖੇਤੀ ਵਾਲੀ ਜ਼ਮੀਨ ਨਹੀਂ। ਸੋ ਜਿਨ੍ਹਾਂ ਕੋਲ ਆਪਣੇ ਕੋਲ ਖੇਤੀ ਵਾਲੀ ਜ਼ਮੀਨ ਨਹੀਂ, ਉਹ ਖੇਤੀ ਵਾਲੇ ਮਸਲਿਆਂ ਨੂੰ ਕਿਵੇਂ ਸਮਝ ਸਕਦੇ ਨੇ? ਸੋ ਇਹ ਕਿਸਾਨ ਜਿਹੜੇ ਖੇਤਾਂ 'ਚ ਅੰਨ ਉਗਾਉਂਦੇ ਨੇ, ਉਹਨੂੰ ਪਤਾ ਹੈ ਕਿ ਜਦੋਂ ਬਰਸਾਤ ਹੋਣੀ ਹੈ ਤਾਂ ਉਸ ਸਮੇਂ ਕਿਵੇਂ ਬਚਾਅ ਕਰਨਾ ਫਸਲ ਦਾ, ਨੱਕਾ ਕਿੱਥੇ ਤੋੜਨਾ ਤੇ ਕਿਹੜਾ ਜੋੜਨਾ, ਕਿਹੜੇ ਟਾਈਮ ਤੇ ਬੰਬੀ ਚਲਾਉਣੀ ਹੈ, ਕਿਹੜੇ ਟਾਈਮ ਤੇ ਨਹੀਂ ਚਲਾਉਣੀ, ਕਦੋਂ ਫਸਲ ਕੱਟਣੀ ਹੈ ਤੇ ਕਦੋਂ ਵਿਛਾਉਣੀ ਹੈ, ਕਦੋਂ ਮੰਡੀ 'ਚ ਲੈ ਕੇ ਜਾਣੀ ਹੈ ਤੇ ਕਿੰਨੇ ਸਮੇਂ ਤੱਕ ਵੇਚਣੀ ਹੈ। ਸੋ ਇਹ ਸਾਰੀ ਸਮਝ ਉਹਨਾਂ ਨੂੰ ਹੈ। ਤੇ ਜਿਹਨੂੰ ਇਹੀ ਨਹੀਂ ਪਤਾ ਕਿ MSP ਦੇਣ ਨਾਲ ਕਿਸਾਨ ਦਾ ਕੀ ਹੱਲ ਹੋਣਾ ਤੇ ਕੀ ਹੱਲ ਨਹੀਂ ਹੋਣਾ, ਜਿਹਨੂੰ ਇਹੀ ਨਹੀਂ ਪਤਾ ਕਿ ਫਸਲ ਦੇ ਭਾਅ ਨਾਲ ਕਿਸਾਨ ਤੇ ਕੀ ਅਸਰ ਪੈਂਦਾ, ਉਹ ਬਿੱਲ ਬਣਾ ਰਹੇ ਨੇ, ਉਹ ਕਾਨੂੰਨ ਬਣਾ ਰਹੇ ਨੇ। ਸੋ ਇਸ ਲਈ ਕਿਤੇ ਨਾ ਕਿਤੇ ਇਹ ਜਿਹੜੀ ਜੈਨੂਇਨ ਸੰਸਦ ਹੈ ਉਸ ਦੀ ਗੱਲ ਮੈਨੂੰ ਲੱਗਦਾ ਸਰਕਾਰ ਨੂੰ ਸੁਣਨੀ ਚਾਹੀਦੀ ਹੈ। ਅੱਜ ਇੱਥੇ ਤੁਹਾਡੇ ਸਾਡੇ ਕੈਮਰਿਆਂ ਤੋਂ ਬਿਨਾਂ ਏਜੰਸੀਆਂ ਦੇ ਕੈਮਰੇ ਬਹੁਤ ਸੀ। ਸੋ ਮੈਂ ਇਸ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਕਿ ਸਰਕਾਰਾਂ ਸਾਨੂੰ ਪੱਤਰਕਾਰਾਂ ਨੂੰ ਨਾ ਸੁਣੇ, ਸਾਡੇ ਚੈਨਲਾਂ ਨੂੰ ਨਾ ਸੁਣੇ, ਆਪਣੇ ਰਾਸ਼ਟਰੀ ਚੈਨਲਾਂ ਨੂੰ ਨਾ ਦੇਖੇ, ਕਿਉਂਕਿ ਉਹਨਾਂ ਨੇ ਤਾਂ ਉਹਦਾ ਹੀ ਗੁਣ ਗਾਉਣਾ ਹੈ। ਮੈਂ ਕਹਿੰਦਾ ਘੱਟੋ ਘੱਟ ਆਪਣੀ CID ਵਾਲੇ ਕੈਮਰਿਆਂ ਦੀ ਵੀਡੀਓ ਸੁਣ ਲਵੇ, ਉੱਥੋਂ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿਸਾਨ ਕਿੰਨੀ ਜੈਨੂਇਨ ਗੱਲ ਕਰਦੇ ਨੇ, ਕਿਹੜੇ ਧਰਾਤਲ ਤੇ ਰਹਿ ਕੇ ਗੱਲ ਕਰਦੇ ਨੇ, ਤਾਂ ਉਦੋਂ ਮੁੱਦਾ ਸਮਝ ਆ ਜਾਏਗਾ। ਅੱਜ ਨਹੀਂ ਤਾਂ ਕੱਲ੍ਹ ਸਰਕਾਰ ਨੂੰ ਬਿੱਲ ਤਾਂ ਕਾਨੂੰਨ ਤਾਂ ਵਾਪਸ ਲੈਣੇ ਪੈਣੇ ਨੇ, ਕਿਉਂਕਿ ਇਹ ਕਿਸਾਨ ਵੀ ਉਸੇ ਮਿੱਟੀ ਦੇ ਜਨਮੇ ਨੇ। ਜੇ ਜਿੱਦ ਸਰਕਾਰਾਂ ਦੀ ਹੈ ਤਾਂ ਜਿੱਦੀ ਇਹ ਵੀ ਬਹੁਤ ਨੇ। ਫਿਰ ਆਖਰੀ ਸਵਾਲ ਤੁਹਾਨੂੰ ਬਾਈ ਜੀ, ਕਿ ਕਿਸਾਨ ਸੰਸਦ ਦੇ ਵਿੱਚ ਤਾਂ ਕਾਨੂੰਨ ਅੱਜ ਰੱਦ ਹੋ ਗਏ, ਕਾਨੂੰਨ ਰੱਦ ਕਰਨ ਵੱਲ ਨੂੰ ਪੈਰ ਪੁੱਟ ਵੀ ਲਏ, ਪਰ ਜਿਹੜੀ ਅਸਲੀ ਸੰਸਦ ਹੈਗੀ, ਤੁਹਾਨੂੰ ਲੱਗਦਾ ਹੈ ਵੀ ਉੱਥੇ ਵੀ ਜਲਦ ਕਾਨੂੰਨ ਜਿਹੜੇ ਰੱਦ ਹੋਣਗੇ ਵਾਪਸ ਲਏ ਜਾਣਗੇ? ਦੇਖੋ, ਅਸਲੀ ਸੰਸਦ ਤਾਂ ਮੈਨੂੰ ਅੱਜ ਲੱਗਦਾ ਕਿ ਇਹੀ ਚੱਲੀ ਆ। ਉਹ ਚੁਣੇ ਹੋਏ ਨੁਮਾਇੰਦੇ ਜੇ ਅਸਲੀ ਸੰਸਦ ਵਾਲੀ ਭੂਮਿਕਾ ਨਿਭਾਉਂਦੇ ਤਾਂ ਅੱਜ ਇਹ ਸਥਿਤੀ ਨਾ ਹੁੰਦੀ। ਉਹ ਪੱਥਰਾਂ ਦੀ ਸੰਸਦ ਦੇ ਅੰਦਰ ਲੋਕਾਂ ਦੀ ਗੱਲੇ ਨਹੀਂ ਹੁੰਦੀ। ਸੋ ਇਸ ਲਈ ਉਹ ਚੁਣੇ ਹੋਏ ਨੁਮਾਇੰਦੇ ਅੱਜ ਪੋਸਟਰ ਲੈ ਕੇ ਖੜ ਰਹੇ ਨੇ। ਸੁਖਬੀਰ ਜਿਨ੍ਹਾਂ ਨੇ ਕਹਿੰਦੇ ਇੱਕ ਵਾਰੀ ਹੱਕ 'ਚ ਵੋਟ ਪਾਈ ਸੀ, ਉਹ ਵੀ ਦੱਸਣ ਲੱਗਿਆ। ਸੁਖਬੀਰ ਬਾਦਲ ਤੋਮਰ ਦੇ ਮੂਹਰੇ ਪੋਸਟਰ ਦਿਖਾਉਂਦੇ ਨੇ, ਹਰਸਿਮਰਤ ਕੌਰ ਬਾਦਲ ਪੋਸਟਰ ਲੈ ਕੇ ਹਰਾ ਸੂਟ ਪਾ ਕੇ ਖੜਦੇ ਨੇ, ਨਰਿੰਦਰ ਮੋਦੀ ਖੁਦ ਹਰਾ ਧਾਰੀਆਂ ਵਾਲਾ ਪਰਨਾ ਲੈ ਕੇ ਆਉਂਦੇ ਨੇ। ਹਰਾ ਧਾਰੀਆਂ ਵਾਲਾ ਪਰਨਾ ਪਾਉਣ ਨਾਲ ਕੋਈ ਕਿਸਾਨ ਹਤੈਸ਼ੀ ਨਹੀਂ ਹੋ ਜਾਂਦਾ। ਤੇ ਇੱਥੇ ਪਰਨੀਤ ਕੌਰ ਹੋਰੀ, ਰਵਨੀਤ ਬਿੱਟੂ ਹੋਰੀ ਇਸੇ ਜੰਤਰ ਮੰਤਰ ਆ ਕੇ ਧਰਨਿਆਂ ਤੇ ਬੈਠਦੇ ਨੇ। ਭਗਵੰਤ ਮਾਨ ਹੋਰੀ ਭਗਤ ਸਿੰਘ ਦੇ ਬਾਹਰ ਆ ਕੇ ਨਾਅਰੇ ਲਾਉਂਦੇ ਨੇ ਅੰਦਰ ਸੰਸਦ 'ਚ। ਪਰ ਸਵਾਲ ਇਹ ਹੈ ਕਿ ਤੁਸੀਂ ਉਸ ਸਮੇਂ ਕਿਉਂ ਨਹੀਂ ਆਵਾਜ਼ ਚੁੱਕ ਸਕੇ ਜਦੋਂ ਸੰਸਦ 'ਚ ਬਿੱਲ ਪਾਸ ਹੋ ਗਏ ਸੀ? ਅੱਜ ਇਸ ਲਈ ਚੁੱਕ ਰਹੇ ਨੇ ਕਿਉਂਕਿ ਅੱਜ ਇਹਨਾਂ ਨੇ ਜਨਤਾ ਵਿਪ ਜਾਰੀ ਕੀਤਾ। ਉਹ ਕਿਸਾਨਾਂ ਦੇ ਹਿੱਤ ਲਈ ਨਹੀਂ ਚੁੱਕ ਰਹੇ। ਉਹਨਾਂ ਨੂੰ ਪਤਾ ਕਿ ਅਸੀਂ ਪਿੰਡਾਂ 'ਚ ਦੁਬਾਰਾ ਵੜਨ ਜੋਗੇ ਨਹੀਂ ਜੇ ਅੱਜ ਪੋਸਟਰ ਦਿਖਾ ਕੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਨਾ ਪਾਈਆਂ। ਸੋ ਇਸ ਲਈ ਅੱਜ ਜੇ ਇਹ ਸੰਸਦ ਪਾਸ ਕਰ ਰਹੀ ਹੈ, ਕੱਲ੍ਹ ਨੂੰ ਉਹ ਸੰਸਦ ਵੀ ਮਜਬੂਰੀ ਬਣਨੀ ਹੈ। ਉਹ ਸੰਸਦ ਦੀ ਜਿਹੜੀ ਸੱਤਾ ਚਲਾ ਰਹੀ ਪਾਰਟੀ ਹੈ, ਉਹਨੇ ਜੇ ਯੂਪੀ ਬਚਾਉਣਾ ਤਾਂ ਉਹ ਮੈਨੂੰ ਲੱਗਦਾ ਬਿੱਲ ਵਾਪਸ ਕਰੇਗੀ, ਨਹੀਂ ਤਾਂ ਫਿਰ ਪੱਛਮੀ ਬੰਗਾਲ ਵਾਲੀ ਸਥਿਤੀ ਉਹਨਾਂ ਨੂੰ ਉੱਥੇ ਵੀ ਝੱਲਣੀ ਪੈ ਸਕਦੀ ਹੈ। ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਗੱਲ ਕਰੀ। ਅੱਖਰ ਚੈਨਲ ਦਾ ਬਹੁਤ ਬਹੁਤ ਤੁਹਾਡਾ ਪਿਆਰ, ਤੁਹਾਡੀ ਮਿਹਨਤ, ਤੁਹਾਡੇ ਸ਼ਬਦਾਂ ਨੂੰ ਸਲਾਮ। ਬਹੁਤ ਬਹੁਤ ਧੰਨਵਾਦ। ਸੋ ਦੀਪਕ ਚਨਾਰਥਲ ਜੀ ਸੀਗੇ, ਕਹਿੰਦੇ ਕਿ ਕਿਸਾਨਾਂ ਨੇ ਕਾਨੂੰਨ ਆਪਣੀ ਸੰਸਦ 'ਚ ਰੱਦ ਕਰ ਦਿੱਤੇ ਤੇ ਮਜਬੂਰੀ ਬਣ ਗਈ, ਸਰਕਾਰ ਦੀ ਮਜਬੂਰੀ ਬਣ ਜਾਣੀ ਹੈ ਕਿ ਉਹਨਾਂ ਨੂੰ ਵੀ ਮਜਬੂਰੀ ਵਸ ਇਹ ਕਾਨੂੰਨ ਸੰਸਦ 'ਚ ਰੱਦ ਕਰਨੇ ਪੈਣਗੇ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।